ਹੈਲੋ ਡੀਅਰ ਸਟੂਡੈਂਟਸ, ਪਿਆਰੇ ਬੱਚਿਓ, ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਕਰਾਂਗੇ ਨੈਥ ਸੰਬੰਧਤ 2017 ਦਾ ਕੁਐਸਚਨ ਪੇਪਰ ਤੇ ਉਹਦੇ ਵਿੱਚ ਵੀ ਮੈਥ ਸੰਬੰਧਤ ਕੁਐਸਚਨਸ ਅਸੀਂ ਕਰਨੇ ਹਨ ਕਿਉਂਕਿ ਕਾਊਂਟਡਾਊਨ ਸਟਾਰਟ ਹੈ ਤੇ ਅਸੀਂ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀ ਕਰਦੇ ਪਏ ਹਾਂ ਆਪਣੇ ਆਪ ਨੂੰ ਪ੍ਰੂਵ ਕਰਨ ਦੇ ਲਈ, ਪੰਜਾਬ ਨੂੰ ਨੰਬਰ 1 ਰੈਂਕ ਤੇ ਲਿਆਉਣ ਲਈ ਜੋ ਆਲਰੇਡੀ ਉਸ ਦੀ ਪੋਜੀਸ਼ਨ ਹੈ, ਰਾਈਟ। क्योंकि PGI इंडैक्स ਦੇ ਵਿੱਚ ਅਸੀਂ ਆਲਰੇਡੀ ਨੰਬਰ 1 ਤੇ ਹਾਂ ਤੇ ਨੈਥ ਦੇ ਵਿੱਚ ਵੀ ਅਸੀਂ ਨੰਬਰ 1 ਤੇ ਆਉਣਾ ਹੈ। ਤੇ ਸ਼ੁਰੂ ਕਰਦੇ ਹਾਂ ਕੁਐਸਚਨ ਨੰਬਰ 1 ਤੋਂ, ਜੋ ਕਿ ਕੁਐਸਚਨ ਪੇਪਰ ਦੇ ਵਿੱਚ ਸੀਰੀਅਲ ਨੰਬਰ 16 ਤੇ ਹੈ, ਮੈਥਸ ਦਾ ਕੁਐਸਚਨ। ਸੋ ਕੁਐਸਚਨ ਹੈ ਕਿ ਵਿਚ ਆਫ ਦਾ ਅਮਾਊਂਟ ਆਫ ਦਾ ਟਾਈਮ ਗਿਵਨ ਬਿਲੋ ਵਿਲ ਬੀ ਸੇਮ ਐਜ਼ ਦੈਟ ਆਫ 1 ਡੇ। ਸਾਡੇ ਕੋਲ 4 ਆਪਸ਼ਨਸ ਦਿੱਤੀਆਂ ਹੋਈਆਂ ਹਨ ਟਾਈਮ ਦੀਆਂ। ਇੱਕ ਦਿਨ ਦੇ ਵਿੱਚ ਕਿੰਨਾ ਸਮਾਂ ਹੋਏਗਾ ਇਹ ਆਪਾਂ ਦੱਸਣਾ ਹੈ। ਤਾਂ ਪਿਆਰੇ ਬੱਚਿਓ, ਪਹਿਲਾਂ ਤਾਂ ਅਸੀਂ ਜੋ ਆਪਸ਼ਨਸ ਵਿੱਚ ਤਾਂ ਬਾਅਦ ਦੇ ਵਿੱਚ ਜਾਣੇ ਆ, ਪਹਿਲਾਂ ਜੋ ਸਾਨੂੰ ਨੌਲੇਜ ਹੈ ਆਪਾਂ ਉਹ ਦੇਖ ਲਈਏ ਕੀ ਹੈ ਕਿ ਜੋ ਇੱਕ ਦਿਨ ਹੈ ਉਹ 24 ਆਵਰਸ ਦਾ ਹੁੰਦਾ ਹੈ। ਜਦੋਂ ਆਪਾਂ ਘੰਟੇ ਦੀ ਗੱਲ ਕਰਦੇ ਹਾਂ ਤਾਂ 24 ਘੰਟੇ ਦਾ ਇੱਕ ਦਿਨ ਹੁੰਦਾ ਹੈ, ਪਰ ਜਦੋਂ ਅਸੀਂ ਮਿੰਟਾਂ ਦੀ ਗੱਲ ਕਰਦੇ ਹਾਂ ਤਾਂ 24 ਗੁਣਾ 60 ਮਿੰਟ ਹੁੰਦੇ ਹਨ ਇੱਕ ਦਿਨ ਦੇ ਵਿੱਚ। ਤੇ ਜਦੋਂ ਆਪਾਂ ਸੈਕਿੰਡਸ ਦੀ ਗੱਲ ਕਰਦੇ ਹਾਂ ਤਾਂ 24 ਗੁਣਾ 60 ਗੁਣਾ 60 ਸੈਕਿੰਡਸ ਹੁੰਦੇ ਹਨ ਇੱਕ ਦਿਨ ਦੇ ਵਿੱਚ, ਠੀਕ ਹੈ। ਸੋ ਸਾਡੇ ਕੋਲ ਆਹ 3 ਤਰ੍ਹਾਂ ਦੇ ਆਨਸਰ ਸਾਡੇ ਕੋਲ ਹੈਗੇ ਆ, ਜੈਨੂਇਨ ਆਨਸਰਸ ਨੇ। ਹੁਣ ਅਸੀਂ ਇਹ ਦੇਖਦੇ ਹਾਂ ਕਿ ਸਾਨੂੰ ਆਪਸ਼ਨਸ ਦੇ ਵਿੱਚ ਕੀ ਦਿੱਤਾ ਹੋਇਆ ਹੈ। ਆਪਸ਼ਨਸ ਵਿੱਚ ਦਿੱਤਾ ਹੋਇਆ ਹੈ 12 into 12 ਆਵਰਸ, ਜੋ ਕਿ ਗਲਤ ਹੈ। 24 into 60 ਮਿੰਟਸ, 24 into 60 मिनट्स, ठीक है। इसका मतलब ऑप्शन 2 इज द राइट ऑप्शन। सो क्वेश्चन नंबर 17 है साढ़े कोल, सबट्रैक्ट 5/8x माइनस 3/8x, या पता कह लीजिए 5x/8 माइनस 3x/8 इन्हें सबट्रैक्शन करनी है। तो सानू पता है कि जो फ्रैक्शन की सबट्रैक्शन करनी है ना, तो असी इस गल का ध्यान देना है कि इन्हां दे डिनोमीनेटर्स जिहड़े ने वो सेम होने चाहिए हैं, ठीक है। एडिशन ਜਾਂ सबट्रैक्शन करन वेले डिनोमीनेटर्स शुड बी द सेम। ਇੱਥੇ ਆਲਰੇਡੀ सेम ਹਨ, ठीक है। ਜਿੱਥੇ सेम नहीं ਹੁੰਦੇ ਉੱਥੇ ਸਾਨੂੰ सेम ਕਰਨੇ ਪੈਂਦੇ ਆ। ਉਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਾਂਗਾ ਇਸ ਕੁਐਸਚਨ ਤੋਂ ਬਾਅਦ। ਦੇਖੋ ਸਾਡੇ ਕੋਲ ਕੁਐਸਚਨ ਮੁਤਾਬਕ ਜਦੋਂ डिनोमीनेटर समान ਹਨ ਦੋਨੋਂ ਫ੍ਰੈਕਸ਼ਨਸ ਦੇ, ਅਸੀਂ ਉਸ ਦਾ LCM ਉਹੀ डिनोमीनेटर ਲੈ ਲੈਣਾ ਹੈ ਜੋ ਸਮਾਨ ਹੈ, 8 ਲੈ ਲਿਆ ਹੈ। ਉਸ ਤੋਂ ਬਾਅਦ ਨਿਊਮਰੇਟਰਸ ਨੂੰ ਜੋ ਵੀ ਇੱਥੇ ਕੰਡੀਸ਼ਨ ਦਿੱਤੀ ਹੋਈ ਹੈ, ਜੇ ਸਬਟ੍ਰੈਕਸ਼ਨ ਹੈ ਸਬਟ੍ਰੈਕਸ਼ਨ ਕਰ ਦੇਣੀ ਹੈ, ਜੇ ਐਡੀਸ਼ਨ ਹੈ ਤਾਂ ਐਡੀਸ਼ਨ ਕਰ ਦੇਣੀ ਹੈ। ਸਾਡੇ ਕੋਲ ਆ ਜਾਏਗਾ ਇਹ 2x/8, ਸੋ 2 1 ਜਾਂ 2 ਐਂਡ 2 4 ਜਾਂ 8। ਸੋ ਸਾਡੇ ਕੋਲ ਆਨਸਰ ਆਏਗਾ x/4, ਜੋ ਕਿ ਆਪਸ਼ਨ 4 ਹੈ। ਸੋ ਆਪਸ਼ਨ 4 ਇਜ਼ ਦਾ ਰਾਈਟ ਆਪਸ਼ਨ। ਹੁਣ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। ਜੇ ਇਹੀ ਸਵਾਲ ਸਾਡੇ ਕੋਲ ਹੁੰਦਾ 5x/4 ਮਾਈਨਸ 3x/8, ਹੁਣ ਕੀ ਹੈ ਕਿ ਡਿਨੋਮੀਨੇਟਰਸ ਦੇ ਆਰ ਨੋਟ ਸੇਮ, ਸਮਾਨ ਨਹੀਂ ਹੈਗੇ ਇਹਨਾਂ ਦੇ ਹਰ, ਇਹਨਾਂ ਨੂੰ ਸਮਾਨ ਕਰਨਾ ਪਏਗਾ। ਸਾਡੇ ਕੋਲ 2 ਤਰੀਕੇ ਹਨ, ਲੇਕਿਨ ਜੋ ਬੈਸਟ ਵੇ ਹੈ ਉਹ ਹੈ LCM ਨੂੰ ਆਪਾਂ ਜਿਹੜਾ ਵਰਤੋਂ ਕਰਦੇ ਹਾਂ LCM ਦੀ। ਉਹਦੇ 'ਚ ਕੀ ਹੈ ਕਿ 4 ਤੇ 8 ਦਾ ਆਪਾਂ ਲਘੁੱਤਮ ਪਹਿਲਾਂ ਕੱਢ ਲਾਂਗੇ। ਸਭ ਤੋਂ ਛੋਟੀ ਅਭਾਜ ਸੰਖਿਆ ਨਾਲ ਭਾਗ ਕਰਨਾ ਸ਼ੁਰੂ ਕਰਦੇ ਹਾਂ 2 ਦੇ ਨਾਲ। 2 ਦੂਣੀ 4, 2 ਚੌਕੇ 8, 2 ਏਕਮ 2 ਤੇ 2 ਦੂਣੀ 4, 2 ਦੇ ਨਾਲ ਫਿਰ ਹੋ ਜਾਏਗਾ। ਸੋ ਇਹ ਸਾਡੇ ਕੋਲ ਆ ਜਾਏਗਾ 2 ਗੁਣਾ 2 ਗੁਣਾ 2 ਮਤਲਬ 8, 2 ਦੂਣੀ 4, 4 ਦੂਣੀ 8। ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, 8 ਇੱਥੇ ਆਪਾਂ ਐਜ਼ ਇਟ ਇਜ਼ ਲਿਖ ਲਿਆ ਜੋ LCM ਆਇਆ ਸੀ ਸਾਡਾ। ਜੋ LCM ਆਇਆ ਹੈ ਉਸ ਨੂੰ ਪਹਿਲੇ ਫ੍ਰੈਕਸ਼ਨ ਦੀ ਹਰ ਦੇ ਨਾਲ ਭਾਗ ਕਰ ਦੇਣਾ ਹੈ, ਮਤਲਬ 8 ਨੂੰ ਅਸੀਂ 4 ਨਾਲ ਭਾਗ ਕਰਾਂਗੇ। ਜਦੋਂ 8 ਨੂੰ 4 ਨਾਲ ਭਾਗ ਕਰਾਂਗੇ ਸਾਡੇ ਕੋਲ ਕੀ ਆ ਜਾਏਗਾ 2, ਭਾਗਫਲ ਆਏਗਾ 2। ਸੋ 2 ਗੁਣਾ 5x ਮਾਈਨਸ 8 ਦੀ 8 ਨਾਲ ਭਾਗ ਕੀਤੀ 1 ਆਇਆ, 1 ਗੁਣਾ 3x। ਸਾਡੇ ਕੋਲ ਆ ਜਾਏਗਾ ਇਹ 10x ਮਾਈਨਸ 3x ਬਟਾ
8 ਜਿਸ ਨੂੰ ਕਿ ਆਪਾਂ ਲਿਖ ਸਕਦੇ ਹਾਂ 7x/8 ਇਹ ਸਾਡਾ ਆਨਸਰ ਹੋਏਗਾ। ਸੋ ਪਿਆਰੇ ਬੱਚਿਓ, ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਫ੍ਰੈਕਸ਼ਨਸ ਦੀ ਸਬਟਰੈਕਸ਼ਨ ਹੋਵੇ ਜਾਂ ਐਡੀਸ਼ਨ ਹੋਵੇ ਤਾਂ ਡਿਨੋਮੀਨੇਟਰ ਜਿਹੜਾ ਆ ਉਸ ਨੂੰ ਸਮਾਨ ਕਰਨਾ ਪਏਗਾ। ਜੇ ਸਮਾਨ ਹੈ ਤਾਂ ਸਿੰਪਲ ਵੇ ਹੈ, ਠੀਕ ਹੈ ਜੀ, ਸੋਲਵ ਕਰਨ ਦਾ, ਕਿ ਥੱਲੇ ਡਿਨੋਮੀਨੇਟਰ 'ਤੇ ਤੁਸੀਂ ਜੋ ਸਮਾਨ ਸਮ ਦਿੱਤਾ ਹੋਇਆ ਉਹੀ ਲਿਖ ਲੈਣਾ ਹੈ ਅੰਕ। ਉਸ ਤੋਂ ਬਾਅਦ ਉੱਪਰ ਜੋ ਵੀ ਸਾਨੂੰ ਆਪਰੇਸ਼ਨ ਲੱਗੀ ਹੋਈ ਹੈ ਇੱਥੇ, ਜਿੱਥੇ ਪਲੱਸ ਲੱਗਾ ਹੁੰਦਾ ਤਾਂ ਪਲੱਸ ਲਗਾ ਦੇਣਾ ਸੀਗਾ, ਜੇ ਮਾਈਨਸ ਲੱਗਾ ਤਾਂ ਮਾਈਨਸ ਲਗਾ ਦੇਣਾ ਹੈ, ਰਾਈਟ। ਇਸ ਤਰੀਕੇ ਨਾਲ ਆਪਾਂ ਸੋਲਵ ਕਰ ਸਕਦੇ ਹਾਂ। ਪਰ ਜੇ ਡਿਨੋਮੀਨੇਟਰ ਡਿਫਰੈਂਟ ਹੈ ਉਸ ਨੂੰ ਸੇਮ ਕਰਨ ਵਾਸਤੇ ਸਾਨੂੰ ਉਸ ਦਾ ਐਲਸੀਐਮ ਲੈਣਾ ਪਏਗਾ। ਐਲਸੀਐਮ ਲਿਆ, ਐਲਸੀਐਮ ਨੂੰ ਡਿਵਾਈਡ ਕੀਤਾ ਕਿਹਦੇ ਨਾਲ? ਫਸਟ ਡਿਨੋਮੀਨੇਟਰ ਦੇ ਨਾਲ। ਜੋ ਆਨਸਰ ਆਇਆ ਤਾਂ ਉਸ ਨੂੰ ਅਸੀਂ ਮਲਟੀਪਲਾਈ ਕਰ ਦੇਣਾ ਹੈਗਾ ਆ ਨਿਊਮੀਨੇਟਰ ਦੇ ਨਾਲ। ਸੋ 2 × 5x ਮਾਈਨਸ 8 ਨੂੰ 8 ਨਾਲ ਭਾਗ ਕੀਤਾ 1 ਆਇਆ, 1 ਗੁਣਾ 3x, ਸਾਡੇ ਕੋਲ ਆ ਜਾਏਗਾ 10x ਮਾਈਨਸ 3x, ਸੋ ਇਜ਼ ਇਕੁਅਲ ਟੂ 7x/8। ਸੋ ਇਹ ਸਾਡਾ ਕੋਲ ਆਨਸਰ ਹੋਏਗਾ। ਇਸ ਵੇ ਦੇ ਵਿੱਚ ਤੁਸੀਂ ਫ੍ਰੈਕਸ਼ਨਸ ਦੀ ਐਡੀਸ਼ਨ ਤੇ ਸਬਟਰੈਕਸ਼ਨ ਕਰ ਸਕਦੇ ਹੋ, ਰਾਈਟ। 18 ਹੈ ਸਾਡੇ ਕੋਲ, ABCD is a quadrilateral, another quadrilateral PQRS is congruent, same size and shape to ABCD। मतलब ABCD एक चतुर्भुज है तो एक होर चतुर्भुज है PQRS जो कॉन्ग्रुएंट है, मतलब सरबंग सम है, मतलब सेम साइज ते सेम शेप। तो सरबंग सम की होंदा है कि ਜਦੋਂ ਅਸੀਂ ਇੱਕੋ ਜਿਹੀ ਸ਼ੇਪ ਤੇ ਸਾਈਜ਼ ਦੀਆਂ ਦੋ ਵਸਤੂਆਂ ਲੈਂਦੇ ਹਾਂ, ਇੱਕ ਦੂਸਰੇ ਦੇ ਉੱਪਰ ਰੱਖ ਦਿੰਦੇ ਹੈਗੇ ਆ, ਤੇ ਉਹ ਜਿਹੜੀ ਉੱਪਰਲੀ ਵਸਤੂ ਹੈ ਉਹ ਥੱਲੜੀ ਵਸਤੂ ਨੂੰ ਪੂਰੀ ਤਰ੍ਹਾਂ ਢੱਕ ਲੈਂਦੀ ਹੈ, ਠੀਕ ਹੈ। ਕਿ ਅਸੀਂ ਇਸ ਨੂੰ ਉਲਟਾ ਕੇ ਵੀ ਦੇਖੀਏ ਤਾਂ ਜੋ ਥੱਲੜੀ ਹੈ ਫਿਰ ਉਹ ਸਾਨੂੰ ਇੱਦਾਂ ਲੱਗਦਾ ਹੈ ਕਿ ਉਸਨੇ ਜੋ ਉੱਪਰਲੀ ਵਸਤੂ ਨੂੰ ਪੂਰੀ ਤਰੀਕੇ ਨਾਲ ਢੱਕਿਆ ਹੋਇਆ ਹੈ। ਮਤਲਬ ਇਹ ਕਿ ਦੋਨੋਂ ਵਸਤੂਆਂ ਆਪ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਣ, ਠੀਕ ਹੈ ਜੀ। ਉਹਨਾਂ ਦਾ ਸ਼ੇਪ ਤੇ ਸਾਈਜ਼ ਬਿਲਕੁਲ ਸੇਮ ਹੁੰਦੇ ਹਨ। ਸਰਬ ਅੰਕ ਸਮ, ਸਾਰੇ ਅੰਕ ਸਮਾਨ। ਸੋ ਹੁਣ ਸਾਡੇ ਕੋਲ ਆਪਸ਼ਨਸ ਦਿੱਤੀਆਂ ਹੋਈਆਂ ਹਨ ਉਹਨਾਂ ਨੇ ਕਿ ਕੀ PQ ਬਰਾਬਰ AB ਹੋਏਗਾ, Q ਇਜ਼ ਅ ਰਾਈਟ ਐਂਗਲ, ਕਿ PQ ਬਰਾਬਰ AB। ਇੱਦਾਂ ਕਰਦੇ ਹਾਂ, ਪਹਿਲਾਂ ਇਹਦੇ ਉੱਪਰ ਆਪਾਂ ਰੱਖ ਕੇ ਦੇਖ ਲੈਂਦੇ ਹਾਂ PQRS ਨੂੰ। ਦੇਖੋ ਉਸਨੇ ਕਿਹਾ ਹੈ ਕਿ PQRS ਇਸ ਕੌਂਗਰੂਐਂਟ ਹੋਏਗਾ, ਤਾਂ ਮਤਲਬ ਜਦੋਂ ਅਸੀਂ ਇਸ ਨੂੰ PQRS ਨੂੰ ABCD ਦੇ ਉੱਪਰ ਰੱਖਾਂਗੇ ਤਾਂ ਉਸਨੇ ABCD ਨੂੰ ਪੂਰੀ ਤਰ੍ਹਾਂ ਢੱਕ ਲੈਣਾ ਹੈ। ਮਤਲਬ ਹੁਣ ਕੀ ਹੋ ਗਿਆ, PQR ਤੇ S, ਥੱਲੇ ਇਹਦੇ ਕਿਹੜਾ ਆ? ਚਤੁਰਭੁਜ ABCD। ਇਸੇ ਤਰੀਕੇ ਨਾਲ ਹੁਣ ਜੇ ਅਸੀਂ ਥਰੜਾ ਚਤੁਰਭੁਜ ਉੱਪਰ ਲੈ ਕੇ ਆਵਾਂਗੇ ਤਾਂ PQRS ਨਜ਼ਰ ਨਹੀਂ ਆਣਾ, ਰਾਈਟ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਦੋਨੋਂ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਂਦੇ ਹਨ। ਹੁਣ ਕੀ PQ AB ਦੇ ਬਰਾਬਰ ਹੋਏਗਾ? ਬਿਲਕੁਲ ਹੋਏਗਾ। AB ਜੋ ਕਿ ਚਤੁਰਭੁਜ ABCD ਦੀ ਭੁਜਾ ਹੈ ਉਹ PQ ਭੁਜਾ ਦੇ ਬਰਾਬਰ ਹੋਏਗੀ, ਜੋ ਕਿ ਚਤੁਰਭੁਜ PQRS ਦੀ ਭੁਜਾ ਹੈ, ਰਾਈਟ। तो इसलिए AB is equal to PQ और PQ is equal to AB is the right option. So question number 19 है साढ़े कोल। The test marks in 3 subjects for Rita and Renu studying in the same class are। ਰੀਟਾ ਅਤੇ ਰੇਨੂ ਦੋਨੋਂ ਇੱਕ ਹੀ ਜਮਾਤ ਵਿੱਚ ਪੜ੍ਹਦੀਆਂ ਹਨ। ਉਹਨਾਂ ਦੇ ਮਾਰਕਸ ਦਿੱਤੇ ਹੋਏ ਹਨ ਫਿਜ਼ਿਕਸ, ਕੈਮਿਸਟਰੀ ਤੇ ਮੈਥ ਦੇ 3 ਸਬਜੈਕਟਸ ਦੇ। ਰੀਟਾ ਦੇ ਫਿਜ਼ਿਕਸ ਦੇ ਵਿੱਚ 78 ਨੇ, ਕੈਮਿਸਟਰੀ ਵਿੱਚ 76 ਤੇ ਮੈਥਸ ਦੇ ਵਿੱਚ 74। ਰੇਨੂ ਦੇ 72 ਹਨ ਫਿਜ਼ਿਕਸ ਦੇ ਵਿੱਚ, 82 ਕੈਮਿਸਟਰੀ ਦੇ ਵਿੱਚ ਤੇ 74 ਮੈਥਸ ਦੇ ਵਿੱਚ। ਸਾਡੇ ਕੋਲ ਇਹ ਹੈ ਕਿ ਸਟੇਟਮੈਂਟ ਦੇਖਣੀ ਕਿ ਵਿਚ ਇਜ਼ ਕਰੈਕਟ। ਸਾਡੇ ਕੋਲ ਫਸਟ ਸਟੇਟਮੈਂਟ ਹੈ ਕਿ ਰੀਟਾਜ਼ ਐਵਰੇਜ ਸਕੋਰ ਇਜ਼ ਹਾਇਰ ਦੈਨ ਰੇਨੂਜ਼। ਰੀਟਾਜ਼ ਐਵਰੇਜ ਸਕੋਰ ਇਜ਼ ਲੋਅਰ ਦੈਨ ਰੇਨੂਜ਼। ਕਹਿਣ ਦਾ ਮਤਲਬ ਇਹ ਹੈ ਕਿ ਜੋ ਕੁਐਸਚਨ ਹੈ ਉਹ ਐਵਰੇਜ ਸਕੋਰ ਦੇ ਨਾਲ ਸੰਬੰਧਿਤ ਹੈ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਦੋਨਾਂ ਦੀ ਐਵਰੇਜ ਪਤਾ ਕਰਨੀ ਹੈ। ਸਾਨੂੰ ਪਤਾ ਹੈ ਨਾ ਕਿ ਐਵਰੇਜ ਕਿਵੇਂ ਪਤਾ ਕਰੀਦੀ ਹੈਗੀ ਆ। ਆ ਦੇਖੋ ਸਾਡੇ ਕੋਲ ਕਿੰਨੇ ਅੰਕੜੇ ਦਿੱਤੇ ਹੋਏ ਹਨ? 3 ਅੰਕੜੇ ਦਿੱਤੇ ਹੋਏ ਹਨ ਰੀਟਾ ਲਈ। ਤਿੰਨੇ ਅੰਕੜਿਆਂ ਨੂੰ ਜੋੜ ਦਿਓ, ਉਸ ਤੋਂ ਬਾਅਦ 3 ਦੇ ਨਾਲ ਭਾਗ ਕਰ ਦਿਓ। ਕੀ ਆ ਜਾਏਗਾ ਸਾਡੇ ਕੋਲ? ਸਾਡੇ ਕੋਲ ਆ ਜਾਏਗਾ
7 plus 6 is 10 plus 8 18. 1 plus 7 is 8 plus 7 15 plus 7 is 22 divided by 3. ਤਿੰਨ ਦੇ ਨਾਲ ਇਸ ਨੂੰ ਭਾਗ ਕਰ ਦਾਂਗੇ, ਸਾਡੇ ਕੋਲ ਆਨਸਰ ਆਏਗਾ ਇਸ ਦਾ 7 × 21, ਇੱਕ ਇੱਧਰ ਚਲੇ ਗਿਆ, ਤੇ ਇਸ ਦਾ ਮਤਲਬ ਜੋ ਐਵਰੇਜ ਸਕੋਰ ਰੀਟਾ ਦਾ ਹੈ ਉਹ ਹੈ 76। ਹੁਣ ਐਵਰੇਜ ਸਕੋਰ ਅਸੀਂ ਰੇਨੂ ਦਾ ਪਤਾ ਕਰਨਾ ਹੈ ਇਸੇ ਤਰੀਕੇ ਦੇ ਨਾਲ ਹੀ, ਤਿੰਨ ਹੀ ਅੰਕੜਿਆਂ ਨੂੰ ਜੋੜ ਦੇਣਾ ਹੈ ਤੇ ਅੰਕੜਿਆਂ ਦੀ ਗਿਣਤੀ ਹੈ 3। ਅੰਕੜਿਆਂ ਦੀ ਜੋੜ ਅੰਕੜਿਆਂ ਦੀ ਗਿਣਤੀ, ਮਤਲਬ ਅੰਕੜਿਆਂ ਦਾ ਜੋੜ ਬਟਾ ਅੰਕੜਿਆਂ ਦੀ ਗਿਣਤੀ ਮੱਧਮਾਨ ਹੁੰਦੀ ਹੈ। ਇਸ ਤਰੀਕੇ ਨਾਲ ਆਪਾਂ ਐਵਰੇਜ ਵੀ ਇਸ ਤਰੀਕੇ ਨਾਲ ਪਤਾ ਕਰਨੀ ਹੈ ਇਹਨਾਂ ਦੀ, ਠੀਕ ਹੈ ਜੀ, ਔਸਤ। ਸੋ ਸਾਡੇ ਕੋਲ ਆ ਜਾਏਗਾ ਇਹ 4 ਤੇ 2 6 ਤੇ 2 8, 7 ਤੇ 8 15 ਤੇ 7 22 ਬਟਾ 3 76। ਤਾਂ ਅਸੀਂ ਦੇਖ ਰਹੇ ਹਾਂ ਕਿ ਜੋ ਐਵਰੇਜ ਸਕੋਰ ਹੈ ਰੀਟਾ ਦਾ ਉਹ ਹੈ 76। ਇਨ ਦਾ ਸੇਮ ਵੇ ਰੇਨੂ ਦਾ ਵੀ ਐਵਰੇਜ ਸਕੋਰ 76 ਹੈ। ਤਾਂ ਦੋਨਾਂ ਦਾ ਜੋ ਔਸਤ ਸਕੋਰ ਹੈ, ਐਵਰੇਜ ਸਕੋਰ ਹੈ, ਉਹ 76 ਹੀ ਹੈ, ਸੇਮ ਹੈ। ਸਾਡੇ ਕੋਲ ਜੋ ਆਪਸ਼ਨਸ ਦਿੱਤੀਆਂ ਹੋਈਆਂ ਹਨ ਉਹਦੇ ਵਿੱਚ ਥਰਡ ਆਪਸ਼ਨ ਜਿਹੜੀ ਹੈ ਉਹ ਕਰੈਕਟ ਆਪਸ਼ਨ ਹੈ ਕਿ ਐਵਰੇਜ ਆਫ ਰੀਟਾ ਐਂਡ ਰੇਨੂ ਆਰ ਇਕੁਅਲ, ਦੋਨਾਂ ਦੀ ਐਵਰੇਜ ਸੇਮ ਹੈ। ਸੋ ਆਪਸ਼ਨ ਥਰਡ ਇਜ਼ ਦਾ ਰਾਈਟ ਆਪਸ਼ਨ। 20 ਹੈ ਸਾਡੇ ਕੋਲ। ਦ ਗ੍ਰਾਫ ਸ਼ੋਜ਼ ਦ ਡਿਸਟ੍ਰੀਬਿਊਸ਼ਨ ਆਫ 4 ਡਿਫਰੈਂਟ ਟਾਈਪਸ ਆਫ ਸਕੂਲਸ। 4 ਅਲੱਗ-ਅਲੱਗ ਤਰ੍ਹਾਂ ਦੇ ਸਕੂਲ ਹਨ। ਬॉयਜ਼ ਸਕੂਲਸ, ਗਰਲਸ ਸਕੂਲਸ, ਮੁੰਡਿਆਂ ਦਾ ਸਕੂਲ, ਕੁੜੀਆਂ ਦਾ ਸਕੂਲ, ਕੋ ਐਜੂਕੇਸ਼ਨ ਜਿੱਥੇ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਹਨ, ਤੇ ਈਵਨਿੰਗ ਸਕੂਲਸ ਜਿੱਥੇ ਸ਼ਾਮ ਨੂੰ ਸਕੂਲ ਲੱਗਦਾ ਹੈ। ਇਹ 4 ਤਰ੍ਹਾਂ ਦੇ ਸਕੂਲ ਜਿਹੜੇ ਹਨ ਇਸ ਗ੍ਰਾਫ ਦੇ ਵਿੱਚ, ਪਾਈ ਚਾਰਟ ਦੇ ਵਿੱਚ ਸ਼ੋ ਕੀਤੇ ਹੋਏ ਹਨ। ਵਿਚ ਆਫ ਦਾ ਸੈਂਟੈਂਸ ਬਿਲੋ ਇਜ਼ ਕਰੈਕਟ, ਇਹਨਾਂ ਵਿੱਚੋਂ ਕਿਹੜਾ ਸੈਂਟੈਂਸ ਸਹੀ ਹੈ। ਦੇਖੋ ਇੱਥੇ ਬਕਾਇਦਾ ਰਿਪਰੈਜ਼ੈਂਟ ਕੀਤਾ ਹੋਇਆ ਹੈ ਕਿ ਬॉयਜ਼ ਨੂੰ ਇਹਨਾਂ ਸੈਗਮੈਂਟਸ ਦੇ ਨਾਲ, ਲਾਈਨ ਸੈਗਮੈਂਟਸ ਦੇ ਨਾਲ, ਰੇਖਾਵਾਂ ਦੇ ਨਾਲ ਰਿਪਰੈਜ਼ੈਂਟ ਕੀਤਾ ਹੋਇਆ, ਦਰਸਾਇਆ ਹੋਇਆ ਹੈ। ਉਸ ਤੋਂ ਬਾਅਦ ਗਰਲਸ ਸਕੂਲ ਜਿਹੜਾ ਹੈ ਸ਼ੇਡਡ ਪੋਰਸ਼ਨ ਦੇ ਨਾਲ ਦਰਸਾਇਆ ਹੋਇਆ ਹੈ। ਕੋ ਐਜੂਕੇਸ਼ਨ ਸਕੂਲ ਡਾਟਸ ਦੇ ਨਾਲ, ਤੇ ਈਵਨਿੰਗ ਸਕੂਲ ਤਿਰਛੀਆਂ ਲਾਈਨਾਂ ਦੇ ਨਾਲ। ਹੁਣ ਅਸੀਂ ਸਟੇਟਮੈਂਟਸ ਪੜ੍ਹਨੀਆਂ ਹਨ ਬੜੇ ਕੇਅਰਫੁਲੀ, ਤੇ ਸਮਝਦੇ ਹਾਂ ਕਿ ਸਟੇਟਮੈਂਟ ਵਿੱਚ ਲਿਖਿਆ ਕੀ ਹੋਇਆ ਹੈ। ਕੋਐਡ ਸਕੂਲਸ ਆਰ ਮੋਰ ਦੈਨ ਬॉयਜ਼ ਸਕੂਲਸ। ਕੋਐਡ ਸਕੂਲਸ ਆਰ ਡੋਟਡ ਆਰ ਮੋਰ ਦੈਨ ਦਾ ਬॉयਜ਼ ਸਕੂਲਸ। ਦੇਖੋ ਬॉयਜ਼ ਦਾ ਤਾਂ ਜਿਹੜਾ ਹੈਗਾ ਆ ਇੱਥੇ ਕਿੰਨਾ ਬੜਾ ਐਂਗਲ ਦਿਖਾਇਆ ਹੋਇਆ ਨਾ ਜੀ, ਅਰਾਊਂਡ ਇਹ ਹੋ ਜਾਏਗਾ 150 ਡਿਗਰੀ ਦੇ ਐਂਗਲ ਦੇ ਕਰੀਬ ਕੋਣ, ਜੇ ਅਸੀਂ ਦੇਖੀਏ। ਤੇ ਕੰਪੇਅਰ ਕਿਹਦੇ ਨਾਲ ਕੀਤਾ ਹੋਇਆ ਹੈ, ਕੋਐਡ ਦੇ ਨਾਲ, ਜੋ ਅਰਾਊਂਡ 90 ਡਿਗਰੀ ਦਾ ਹੈ। ਇਹ 90 ਡਿਗਰੀ ਦਾ ਕੋਣ ਬਣਦਾ, ਮਤਲਬ 90 ਡਿਗਰੀ ਦਾ ਤੇ 150 ਡਿਗਰੀ ਦਾ ਕੋਈ ਕੰਪੈਰੀਜ਼ਨ ਹੀ ਹੈ ਨਹੀਂ, ਠੀਕ ਹੈ ਜੀ। ਮਤਲਬ ਇਹ ਹੈ ਕਿ ਬॉयਜ਼ ਸਕੂਲ ਕਿਤੇ ਜ਼ਿਆਦਾ ਹਨ ਕਿਤੇ ਨਾਲੋਂ, ਕੋਐਡ ਸਕੂਲ ਦੇ ਨਾਲੋਂ। ਆਹ ਸਟੇਟਮੈਂਟ ਗਲਤ ਹੈ। ਅਗਲਾ ਹੈ ਬॉयਜ਼ ਸਕੂਲਸ ਆਰ ਮੋਰ ਦੈਨ 1.5 of the total schools। total schools ਦਾ 1.5, ਜੇ ਅਸੀਂ total schools ਦੀ ਗੱਲ ਕਰੀਏ ਤੇ 1.5 ਕਿੱਦਾਂ ਹੋ ਜਾਏਗਾ, ਨਹੀਂ ਹੋ ਸਕਦਾ ਹੈਗਾ ਆ, ਠੀਕ ਹੈ ਜੀ। ਯਾਨੀ ਕਿ ਜਿੰਨੇ ਸਕੂਲਸ ਹਨ ਉਸ ਤੋਂ ਟੋਟਲ ਸਕੂਲਸ ਦੀ ਗੱਲ ਕਰ ਰਹੇ ਨੇ ਉਹ, ਤਾਂ ਬॉयਜ਼ ਸਕੂਲਸ ਆਰ ਇੱਥੇ ਹਾਫ ਹੋਣਾ ਚਾਹੀਦਾ ਹੈ, ਇਹ ਹਾਫ ਆਫ ਦਾ ਟੋਟਲ ਸਕੂਲਸ। So boys schools are more than half of the total schools। ਲੇਕਿਨ ਹਾਫ ਜਿਹੜਾ ਹੈ ਉਹ 180 ਡਿਗਰੀ ਤੇ ਇੱਧਰਲੇ ਪਾਸੇ ਰਹਿ ਜਾਂਦਾ ਹੈ, ਤੇ ਬॉयਜ਼ ਜਿਹੜਾ ਹੈ ਉਹ 150 ਡਿਗਰੀ ਤੇ ਹੈ। ਮਤਲਬ ਇਹ ਕਿ ਜੇ ਸਾਰੇ ਸਕੂਲ ਦੇ ਨਾਲ ਅਸੀਂ ਕੰਪੇਅਰ ਕਰੀਏ ਤਾਂ ਹਾਫ ਜਿਹੜਾ ਆ ਇਹ ਸਾਰਾ ਮਿਲਾ ਕੇ ਹੋਣਾ ਚਾਹੀਦਾ ਸੀਗਾ, ਠੀਕ ਹੈ। ਇਹਦਾ ਕੋਣ ਜਿਹੜਾ ਬਣਨਾ ਚਾਹੀਦਾ ਸੀ 180 ਡਿਗਰੀ ਦਾ, ਲੇਕਿਨ 150 ਡਿਗਰੀ ਦਾ ਕੋਣ ਬਣਦਾ ਪਿਆ, ਦਿਸਦਾ ਪਿਆ ਸਾਨੂੰ ਕਲੀਅਰਲੀ। ਇਸ ਦਾ ਮਤਲਬ ਆਹ ਸਟੇਟਮੈਂਟ ਵੀ ਠੀਕ ਨਹੀਂ, ਗਲਤ ਹੈ। Evening schools are 1/3 of the total schools। Evening schools are evening schools ਨੇ, ਤਿਰਛੀਆਂ ਜਿਹੜੀਆਂ ਰੇਖਾਵਾਂ ਖਿੱਚੀਆਂ ਹੋਈਆਂ ਹਨ। These are 1/3 of the total schools। total schools ਦਾ 1/3 ਹੈ। ਜੇ 1/3 of 360 ਡਿਗਰੀ ਬਣਾਈਏ ਅਸੀਂ ਤਾਂ 120 ਡਿਗਰੀ ਬਣਦਾ ਆ। ਇਹ 120 ਡਿਗਰੀ ਦਾ ਕੋਣ ਨਜ਼ਰ ਆਉਂਦਾ ਆਪਾਂ ਨੂੰ, ਕਿਤੇ ਨਜ਼ਰ ਨਹੀਂ ਆਉਂਦਾ, ਠੀਕ ਹੈ। ਤੇ ਇਸ ਪ੍ਰਕਾਰ ਆਹ ਵੀ ਸਟੇਟਮੈਂਟ
गलत है। फोर्थ स्टेटमेंट है द टोटल नंबर ऑफ गर्ल्स एंड कोएड स्कूल्स इज ग्रेटर दैन द नंबर ऑफ बॉयज़। कोएड ਸਕੂਲ ਤੇ ਗਰਲ ਸਕੂਲਸ ਨੂੰ ਅਸੀਂ ਮਿਲਾ ਲਈਏ, ਜੋੜ ਲਈਏ ਇਹਨਾਂ ਦੀ ਗਿਣਤੀ, ਤਾਂ ਇਹ ਬॉयਜ਼ ਸਕੂਲ ਨਾਲੋਂ ਵੱਧ ਹੈ। ਆ ਦੇਖੋ ਜੀ, ਆਹ ਦੋਨਾਂ ਦੀ ਗਿਣਤੀ ਹੈ, ਆ ਦੋਨੋਂ ਮਿਲਾ ਕੇ 180 ਡਿਗਰੀ ਦਾ ਬਣਦੇ ਹਨ ਤੇ 150 ਡਿਗਰੀ ਦਾ ਰਹਿ ਜਾਂਦਾ ਹੈ ਦੇਖਦੇ ਹੀ। ਠੀਕ ਹੈ ਜੀ, ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ फोर्थ स्टेटमेंट इज द करेक्ट स्टेटमेंट। सो क्वेश्चन नंबर 21 है साडे कोल। अ गर्ल बॉट 1.5 मीटर्स ऑफ क्लोथ फॉर शर्ट। शर्ट वास्ते उसने 1.5 मीटर कपड़ा खरीदिया ते कुर्ते वास्ते 2.25 मीटर। हाउ मच टोटल क्लॉथ शी बॉट। ठीक है, तो उसने कुल कितना कपड़ा खरीदिया, ਅਸੀਂ ਜੋੜ ਕਰ ਦੇਣਾ ਹੈ ਟੋਟਲ। ਠੀਕ ਹੈ ਜੀ, ਦੇਖੋ 1.5 ਮੀਟਰ ਇੱਕ, ਇਹ ਪਲੱਸ ਕਿੰਨਾ ਹੈਗਾ ਆ 2 ਸਹੀ 1/4 ਮੀਟਰ। ਹੁਣ ਅਸੀਂ ਸਭ ਤੋਂ ਪਹਿਲਾਂ ਤਾਂ ਕਿਉਂਕਿ ਇਹ ਮਿਸ਼ਰਤ ਭਿੰਨ ਦੇ ਰੂਪ ਵਿੱਚ ਹੈ, ਇਸ ਨੂੰ ਅਸੀਂ ਭਿੰਨ ਰੂਪ ਵਿੱਚ ਬਦਲਾਂਗੇ। 1 ਦੂਣੀ ਦੂਣੀ ਜਮਾ 1 3, 3/2 ਮੀਟਰ ਜਮਾ 2 ਚੌਕੇ 8 ਜਮਾ 1 9, 9/4 ਮੀਟਰ। ਹੁਣ ਦੇਖੋ ਇਹਨਾਂ ਨੂੰ ਆਪਾਂ ਐਡ ਕਰਨਾ ਹੈ, ਲੇਕਿਨ ਇਹਨਾਂ ਦੇ ਡਿਨੋਮੀਨੇਟਰ ਸੇਮ ਨਹੀਂ ਹਨ, ਇਹਨਾਂ ਦੇ ਹਰ ਸਮਾਨ ਨਹੀਂ ਹੈ। ਇਸ ਲਈ ਅਸੀਂ ਕੀ ਕਰਾਂਗੇ, ਐਲਸੀਐਮ ਪਤਾ ਕਰਾਂਗੇ ਪਹਿਲਾਂ ਇਹਨਾਂ ਦੇ ਹਰਾਂ ਦਾ, 2 ਤੇ 4 ਦਾ। ਸੋ ਇਹ ਆ ਜਾਏਗਾ 2 × 2 4। ਸੋ ਲਘੁੱਤਮ ਆਪਣੇ ਕੋਲ ਆਏਗਾ 4। ਹੁਣ 4 ਨੂੰ ਪਹਿਲਾਂ ਭਾਗ ਕਰਾਂਗੇ 2 ਦੇ ਨਾਲ, ਉੱਤਰ ਆਏਗਾ 2। 2 × 3 6 मीटर ये हो गया, प्लस 4 ਨੂੰ 4 ਨਾਲ ਭਾਗ ਕੀਤਾ 1, 1 × 9 9 मीटर ये हो गया। ਸਾਡੇ ਕੋਲ ਆਇਆ ਇਹ 15/4 मीटर, 15/4 मीटर। ठीक है जी, ਹੁਣ ਅਸੀਂ ਇਸ ਨੂੰ ਦੇਖੋ, ਸਾਡੇ ਕੋਲ ਇਹ ਭਿੰਨ ਰੂਪ ਵਿੱਚ ਹੈ, ਇਸ ਨੂੰ ਮਿਸ਼ਰਤ ਭਿੰਨ ਵਿੱਚ ਬਦਲਣਾ ਪੈਣਾ ਹੈ ਕਿਉਂਕਿ ਆਨਸਰ ਪਤਾ ਕਰਨ ਵਾਸਤੇ। ਸੋ 15 ਨੂੰ ਭਾਗ ਕਰ ਦਾਂਗੇ 4 ਦੇ ਨਾਲ, 4 × 12 अपने को बचा 3। सो अपने को जो 3 सही 3/4। सो 3 सही 3/4 साढ़े को ऑप्शन नंबर 3 दी हुई है, इसलिए उत्तर 3 ठीक है। दिस इज द करेक्ट आंसर। क्वेश्चन है ऑप्शन नंबर 3। सो क्वेश्चन नंबर 22 है द एरिया ऑफ शेप शोन ऑन द ग्रिड इज क्लोजेस्ट टू। सो असी इस नंबर ऑफ स्क्वेयर्स काउंट करने हैं, टोटल कितने हैं। सो लेट्स बिगिन। 1 2 3 4। तो 4 तो कंप्लीट हो गए हैं। उस तो बाद असी काउंट करते हाँ ਜਿਹੜੇ कंप्लीट नहीं हैं या हाफ हैं। ਹੁਣ हाफ वाले आप रेड पेन देना करते हैं। 1 1 2, उस तो बाद 3, फिर अपने को आ जाते हैं आ 4। इस तो इलावा साढ़े कोल एक होर कंप्लीट स्केयर है, आ गब्बे पिया है, ये 5वां है। ठीक है जी, सो अपने कोल हुण कितनियां हो गई। तो इस प्रकार साढ़े कोल 5 तो कंप्लीट स्केयर्स ने, तो 4 जिहड़े ने वो हाफ ने, तो एक जिहड़ा हैगा आ वो मोर दैन हाफ है। ठीक है, जो मोर दैन हाफ है उसनों असी फुल स्केयर लैके चलना है। सो साढ़े कोल हुण टोटल कितने हो गए, 5 तो हो गए साढ़े कोल कंप्लीट पूरे। सो उसनों असी पिंक कलर ले लेने हैं। सो 5 हो गए कंप्लीट, प्लस जिहड़े 4 ने वो हाफ ने, तो 4 हाफ इज इक्वल टू 2 कंप्लीट, प्लस 1 मोर दैन हाफ उसनों असी फुल गिनांगे। टोटल साढ़े को आ जाएगा 8। तो सही उत्तर होएगा 8 सेंटीमीटर स्क्वायर। सो ऑप्शन 2 इज द राइट ऑप्शन। सो क्वेश्चन नंबर
23 है साडे कोल द मार्क्स इन वीकली इंग्लिश टेस्ट ऑफ टीना आर दिते हुए हैं 26 18 17 23 11 7 ते 5 दैन मीडियन इज मीडियन मतलब मध्यिका टीना दे मार्क्स सानूं दिते हुए हैं इन्हां दी असीं मध्यिका पता करनी है तो मध्यिका पता करने वास्ते आपां सब तो पहलां की करते हैं कि इसनूं तरतीब नाल लिखते हाँ जिन्ने भी दित्ती हुई संख्यावां ने इसनूं असीं वधदे क्रम विच लिखांगे सो सब तो छोटा 5 है फिर 7 है फिर 11 5 लिख लिया 7 लिख लिया 11 लिख लिया फिर है 17 फिर 18 उस तो बाद आंदा है जी 26 सॉरी 23 तो बाद आता है 26 1 2 3 4 5 6 7 1 2 3 4 5 6 7 तो इस प्रकार असीं इसनूं वधदे क्रम विच लिख लेना है ठीक है जी मध्यिका पता करने का सब तो ईजी वे यही है उस तो बाद इत्थों कटते चलो एक इधरों कट दिओ 1 फ्रॉम लैफ्ट 1 फ्रॉम राइट 1 फ्रॉम लैफ्ट एंड अदर फ्रॉम राइट साढ़े को 17 बच गया है 17 सो इसकी मध्यिका होएगी 17 उत्तर होएगा ऑप्शन नंबर 3 17 इज द राइट आंसर क्वेश्चन 24 है इन द गिवन फिगर ABCD इज पैरेललोग्राम इस शॉर्ट विच लिखा है ठीक है जो दो लंबात्मक रेखावां ने ये समांतर नूं दर्शाउंदियां हन सो इसनूं आपां इस पैरेललोग्राम पढ़ांगे ठीक है सो ये साढ़े कोल AB x जमा 7 सेंटीमीटर दिता होया है तो BC दिता होया x जमा 2 सेंटीमीटर CD दिता होया है 2x सेंटीमीटर तो 2x माइनस 5 दिता होया है AD तो सानू लेंथ ऑफ AB दी लेंथ पता करनी है हुण क्योंकि ABCD एक पैरेललोग्राम है समांतर चतुर्भुज है इसका मतलब इस दियां आमने सामने वालियां भुजावां समान होणगियां सो AB इज इक्वल टू CD क्यों क्योंकि ABCD एक पैरेललोग्राम है समांतर चतुर्भुज है सो AB बराबर CD हुण AB कितना है x जमा 7 CD कितना है 2x CD 2x तो AB x जमा 7 सो ਅਸੀਂ ਕਰਾਂਗੇ ਹੁਣ 7 ਇੱਥੇ ਪੇ ਰਹਿਣ ਦਾਂਗੇ 2x ਆ ਜਿਹੜਾ ਚੱਲ ਹੈ ਅਸੀਂ ਸੱਜੇ ਪਾਸੇ ਲੈ ਜਾਣਾ ਹੈ -x ਸੋ x ਦੀ ਕੀਮਤ ਆ ਗਈ ਆਪਣੇ ਕੋਲ 7 ਸੋ x ਬਰਾਬਰ ਹੈ 7 ਇੱਥੇ ਉੱਤਰ ਆਪਣਾ ਖਤਮ ਨਹੀਂ ਹੁੰਦਾ ਹਜੇ ਉੱਤਰ ਆਪਾਂ ਨੂੰ ਲੱਭਣਾ ਪੈਣਾ ਆ ਕਿਉਂ ਕਿਉਂਕਿ ਅਸੀਂ x ਦੀ ਵੈਲਿਊ ਪਤਾ ਕੀਤੀ ਆ AB जो सेगमेंट है ठीक है या जो आप कह लीजिए जो भुजा है समांतर रेखा समांतर चतुर्भुज की वो असी पता करनी है जो कि x जमा 7 है सो AB जरा है वो है x जमा 7 जो लिखा जा सकता है 7 जमा 7 ये हो गया 14 सेंटीमीटर सो उत्तर होना चाहिए है थर्ड ऑप्शन 14 सेंटीमीटर सो क्वेश्चन नंबर 25 इज total length of all sides of rectangular sides is 72 meters if its length is 20 meters find its area area ਅਸੀਂ find out ਕਰਨਾ ਹੈ rectangle ਦਾ right so ਸਾਡੇ ਕੋਲ ਇੱਕ rectangle ਦਿੱਤਾ ਹੋਇਆ ਹੈ ਇਹ rectangle ਬਣਾ ਲੈਂਦੇ ਅਸੀਂ ਤੇ ਇਸ ਦੀ ਜੋ length ਹੈ ਉਹ 20 meters ਹੈ ਤੇ area ਕਿੰਨਾ ਹੈ rectangular sides the length of area ਅਸੀਂ ਪਤਾ ਕਰਨਾ ਹੈ the length of all sides ਆ ਸਾਰੀਆਂ sides ਦੀ ਜਿਹੜੀ ਹੈਗੀ ਆ length ਮਿਲਾ ਕੇ ਬਣਦੀ ਸਾਡੇ ਕੋਲ 72 meters मतलब ਇਹ ਹੋਇਆ ਕਿ 2 into length plus breadth is equal to 72 meters ਠੀਕ ਹੈ ਜੀ ਹੁਣ ਸਾਡੇ ਕੋਲ length already ਦਿੱਤੀ ਹੋਈ ਹੈ 20 मीटर so 2 into 20 plus b is equal to 72 ये हो जाएगा अपने कोल 2 into 20 is 40 तो ब्रैकेट खोलेंगे 2 दी b ਨਾਲ गुणा करांगे तो 2 दी एस बी दे नाल गुणा करांगे मतलब
ब्रैकेट खोलन ते 2 इंटू 20 एंड 2 इंटू बी, सो ये आ जाएगा 72, सो 2b इज इक्वल टू 72 माइनस 40 विच कम्स आउट टू बी 32। इसका मतलब जो b आएगा साडे कोल वो होएगा b होएगा 32 अपॉन 216। सो मतलब ब्रेड्थ जी हैगी है वो 16 मीटर होएगी। ब्रेड्थ अपने को आ गई 16 मीटर। ओके, तो हुण असीं पता की करना है, असीं पता ये करना है कि इसका एरिया कितना है। सो एरिया इज, जो एरिया हुंदा है मैं इत्थे लिख लैना है, ये की सीगा, ये साडे कोल सीगा पैरीमीटर, परिमाप। सो परिमाप तो असी चौड़ाई पता की है, तो जो हम साडे कोल चौड़ाई ते लंबाई दोनों ज्ञात हो गई हैं, हुण असी बड़ी आसानी नाल खेत्रफल पता कर सकते हैं। सो खेत्रफल की होएगा, एरिया इज इक्वल टू लेंथ इंटू ब्रेड्थ, सो विच कम्स आउट टू बी 20 इंटू 16, 16 ती 32, 320 मीटर स्क्वेयर। सो साडे कोल ऑप्शंस दे विच ऑप्शन नंबर 3 इज द राइट ऑप्शन। सो 320 मीटर स्क्वेयर सही उत्तर है। क्वेश्चन नंबर 26 की गल करते हैं। इफ द नंबर 9 8 क्वेश्चन मार्क लाया है 3 इज डिविजिबल बाय 9, इतने 9 है, देन डिजिट इन प्लेस ऑफ क्वेश्चन मार्क इज, असी यह जी थां खाली है इत्थे डिजिट पता करनी है ताकि संख्या कंप्लीट हो जाए। फिर बच्चों सानू पता है कि डिविजिबिलिटी टेस्ट बारे 9 दी 3 दी 5 दी सारे दी आपां 7 दी सारे की हुई है। तो डिविजिबिलिटी टेस्ट 9 का की है कि सारिया डिजिट्स नूं असी ऐड कर देना, तो बाद वो 9 दे नाल डिवाइड होनी चाहिए है। सो डिवाइड ऐड करके देखते हैं, 9 प्लस 8 प्लस क्वेश्चन मार्क जब एक्स लिख लें प्लस 3, ये डिवाइड हो जानी चाहिए कि 9 दे नाल। सो 9 प्लस 8 17, 17 प्लस 3 इज 20 प्लस एक्स अपॉन 9। हुण देखो कि एक्स का मान मैं कितना रखा कि उसकी एडिशन तो बाद 9 दे नाल ये डिवाइड हो जाए। सो 20 प्लस एक्स, मतलब जो एक्स नूं मैं जे आप 9 का टेबल पढ़ते हैं 9 कम 9, 9 दूनी 18, 9 तीय 27, मतलब 27 तो 20 कितना घट है, 7 घट है। इसका मतलब मैं जो 20 के 7 जोड़ते हाँ तो 27 बनता है, जो कि 9 के नाल भाग होंदा है। तो ये हो जाएगा 20 जमा 7, सो ये हो गया 27 जो कि 9 नाल भाग होंदा है। इसका मतलब एक्स की थां ते की आना चाहिए है, या क्वेश्चन मार्क की थां ते की आना चाहिए है 7। सो प्रश्न चिन्ह की थां ते आना चाहिए है 7। सो दिस इज द करेक्ट आंसर, ऑप्शन नंबर 2। क्वेश्चन नंबर 27, अ गर्ल शेडेड 2/3 ऑफ द हाफ ऑफ अ सर्कल, मतलब कि एक लड़की सर्कल का चक्कर का अद्धा दा 2/3 शेड कर दी है। तो विच ऑफ द फॉलोइंग शोज द सर्कल दैट शी शेडेड, तो इन्हां विचों किहड़ी ऑप्शन सही है। सो देखो प्यारे बच्चों के 2/3, सो 2/3 ऑफ हाफ कितना हो गया जी, 2 1 जा 2 और 3 2 जा 6, मतलब इस तरीके नाल। सो यह आ जाएगा 1/3, ठीक है जी, या 2/6। तो देखो कि भी इत्थे 6 भागों विचों 2 भाग रंग हुए हैं, बिल्कुल हुए हैं। सो क्वेश्चन नंबर 27 का ऑप्शन नंबर 3 सही है। सो 3 इज द राइट ऑप्शन। सो क्वेश्चन नंबर 28 है साडे कोल, द टेबल शोज टेस्ट मार्क्स obtained by students of a class। साडे कोल टेस्ट मार्क्स दिते हुए हैं आउट ऑफ 10 ते नंबर ऑफ स्टूडेंट्स दिते हुए हैं जिन्ना स्कोर कर रहे हैं, जिवें कि 10 दे विचों 1 नंबर लए हैं 2 विद्यार्थियों ने, 2 अंक लए हैं 4 विद्यार्थियों ने, ते 3 अंक लए हैं 7 ने, 4 अंक
8 ने। तो इस प्रकार साढ़े कोल कुल अंक जो बच्चों ने प्राप्त किए हैं वो दिते हैं तो गिनती दी हुई है बच्चों की। सो प्रश्न ये उठता है कि हाउ मैनी स्टूडेंट्स स्कोर्ड मोर दैन 6। 6 अंकों नालों मतलब कि 6 मार्क्स नालों वध किन्ने स्टूडेंट्स ने स्कोर किया है। सो बेटा आप इत्थे चैक कर लेने हाँ तो इत्थे असीं देखिए तो 7 अंक लैण वाले किन्ने हैं 2। सो 2। 8 अंक लैण वाले किन्ने हैं 5। 2 जमा 5 जमा 6 हाँ 6 है जमा 4। साढ़े को कितने हो गए ये 2 जमा 5 7 जमा 6 13 जमा 4 17। सो 6 अंक तो वध नंबर लैण वाले 17 बच्चे हैं। सो सही ऑप्शन होएगी ऑप्शन नंबर 4। Question number 29, which is the best estimate of 8 decimal 31 into 5 decimal 89 divided by 12 decimal 03। सो असी एस्टीमेट लगाना है जो बेस्ट हो सकता है। तो पहले बच्चों इसका बेस्ट एस्टीमेट की होएगा देखो 8.3 है ठीक है। सो ये नेड़े कि 9 दे कि 8 दे। देखो जे आप 9 तक जाना है तो 0.4 0.5 0.6 0.7 0.8 0.9 10 मतलब 7 स्टैप्स हम जाना पड़ेगा। जो असी 8 तक आना है तो 3 ते हैं 2 and 1 ओनली 3 स्टैप्स वी नीड टू गो बैक। तो इसका मतलब ये होया कि इत्थे असी 8 लिख लीए इधर आ जाने असी इत्थे 5 डेसिमल 89 है। इट्स वेरी मच नियर टू 5 डेसिमल 9। सो 5 डेसिमल 9 मतलब एक स्टैप असी होर अगे जावांगे तो 6 ते पहुंच जाएंगे राउंड फिगर आ जाएगी साढ़े को। सो इसका मतलब ये होया कि 5 डेसिमल 89 इज नियर टू 6। इस तरीके 12 की गल करते हैं कि 12 इज नियर टू 12 डेसिमल 03 इज नियर टू 12 12 के लागे है ठीक है। सो सही उत्तर होएगा साढ़े कोल सेकंड ऑप्शन 8 into 6 डिवाइडेड बाय 12। क्वेश्चन नंबर 30, इन द रैक्टेंगल गिवन बिलो रैक्टेंगल दिता होया है लेंथ 5x ते ब्रेड्थ है 3x यूनिट्स। पेरीमीटर की होएगा इसका परिमाप की होएगा। सानू पता है कि आयत का परिमाप की होता है 2 गुणा ब्रैकेट दे विच लंबाई जमा चौड़ाई। सो इत्थे लंबाई है 5x चौड़ाई है 3x ब्रैकेट दे विच 5x जमा 3x गुणा 2। सो फॉर्मूले के अनुसार ऑप्शन नंबर 3 इज द राइट ऑप्शन। सो करेक्ट आंसर होएगा 2 into 5x plus 3x। सो इस क्वेश्चन के नाल ही क्वेश्चन पेपर जो कि 2017 नाल रिलेटेड सी मैथ्स सम्स लई वो कंप्लीट हुंदा है। इस का सैट 1 सैट 2 लैके फिर हाजिर होवांगे। उद तक लई मेरे वालों तुहानूं सारिआं नूं बहुत बहुत शुभकामनावां। थैंक यू वेरी मच।